ਹੈਲਥ ਪਲੱਸ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਐਸੀ ਸ਼ਖਸੀਅਤ ਦੇ ਨਾਲ ਜੋ ਕਿ ਬਹੁਤ ਹੀ ਜਾਣੇ ਮਾਣੇ ਪਲਾਸਟਿਕ ਸਰਜਨ ਨੇ ਔਰ ਤੁਹਾਡੇ ਚਿਹਰੇ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਤਰਾਸ਼ ਸਕਦੇ ਨੇ। ਅਸੀਂ ਗੱਲ ਕਰ ਰਹੇ ਹਾਂ ਡਾਕਟਰ ਆਰੂਸ਼ ਪਸਰੀਚਾ फ्रॉम पसरीचा हॉस्पिटल 221 महावीर मार्ग आदर्श नगर जालंधर पंजाब दी MBBS MS MCH प्लास्टिक सर्जरी फेलोशिप इन एस्थेटिक सर्जरी पोर्चुगल एंड जर्मनी। एक जानिया मानिया नाम जो कि राइनोप्लास्टी ब्लेफारोप्लास्टी आईलिड सर्जरी फेस लिफ्ट डीप प्लेन और थ्रेड लिफ्ट ब्रेस्ट इम्प्लांट्स ब्रेस्ट रिडक्शन सर्जरी लिपोसक्शन एंड टमी टक ब्राजीलियन बट लिफ्ट लिप एग्यूमेंटेशन एंड हेयर ट्रांसप्लांट ਦੇ ਜਾਣੇ ਮਾਨੇ ਸਰਜਨ ਨੇ। ਸਮੇਂ-ਸਮੇਂ ਤੇ ਡਾਕਟਰ ਆਰੂਸ਼ ਪਸਰੀਚਾ ਪੰਜਾਬ ਪਲੱਸ ਚੈਨਲ ਦੇ ਦਰਸ਼ਕਾਂ ਨੂੰ ਹੈਲਥ ਟਿਪਸ ਦਿੰਦੇ ਰਹਿੰਦੇ ਨੇ ਤੇ ਅੱਜ ਸਾਡੀ ਟੀਮ ਨਾਲ ਗੱਲਬਾਤ ਕਰਦੇ ਹਾਂ ਇੱਕ ਬਹੁਤ ਹੀ ਜੈਨੂਇਨ ਪ੍ਰੋਬਲਮ ਜੋ ਲੇਡੀਜ਼ ਨੂੰ ਫੀਲ ਹੁੰਦੀ ਹੈ ਦੈਟ ਇਜ਼ ਦ ਇਨਕਰੀਜ਼ ਐਂਡ ਰਿਡਕਸ਼ਨ ਆਫ ਬ੍ਰੈਸਟ। ਉਹਦੇ ਬਾਰੇ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਮਾਮੂਲੀ ਜੀ ਸਰਜਰੀ ਦੇ ਨਾਲ ਇਸ ਚੀਜ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਔਰ ਆਪਣੀ ਮਨਚਾਹੀ ਫਿਗਰ ਲਿੱਤੀ ਜਾ ਸਕਦੀ ਹੈ। ਤੇ ਆਓ ਕਰਦੇ ਹਾਂ ਗੱਲਬਾਤ ਡਾਕਟਰ ਆਰੂਸ਼ ਪਸਰੀਚਾ ਜੀ ਦੇ ਨਾਲ। ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਰਿਨੋਡ ਪਲਾਸਟਿਕ ਸਰਜਨ ਆਰੂਸ਼ ਪਸਰੀਚਾ ਜੀ ਦੇ ਕੋਲ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਆਪਣੀ ਸੇਵਾਵਾਂ ਜਿਹੜੀਆਂ ਹੈਗੀਆਂ ਪਲਾਸਟਿਕ ਸਰਜਰੀ ਦਿੱਤੀਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਗੋਡ ਗਿਫਟਡ ਹੈ ਕਿ ਫਾਦਰ ਆ ਜਿਹੜੇ ਉਹ ਵੀ ਪਲਾਸਟਿਕ ਸਰਜਨ ਔਰ ਬੇਟਾ ਵੀ ਜਲੰਧਰ ਵਾਸੀਆਂ ਦੇ ਲਈ ਇਹ ਦੋ ਜਿਹੜੇ ਹੈਗੇ ਬਾਪ ਬੇਟੇ ਦਾ ਕੰਬੀਨੇਸ਼ਨ ਵੀ ਹੈ। ਨਾਲ ਗੱਲ ਕरें ਡਾਕਟਰ ਸਾਹਿਬ, ਡਾਕਟਰ ਸਵਾਗਤ ਹੈ ਤੁਹਾਡਾ। ਥੈਂਕ ਯੂ ਰਿਚੀ ਜੀ ਤੇ ਸਾਰੇ ਪੰਜਾਬ ਪਲੱਸ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਨਮਸਕਾਰ। ਦੱਸੋ ਕੀ ਕਹਿਣਾ ਚਾਹੋਗੇ ਕਿ ਬ੍ਰੈਸਟ ਅੱਜ ਕੱਲ੍ਹ ਆਪਾਂ ਲੇਡੀਜ਼ ਨੂੰ ਦੇਖਦੇ ਹਾਂ ਜਿਨ੍ਹਾਂ ਦੀ ਬ੍ਰੈਸਟ ਥੋੜ੍ਹੀ ਜਿਹੀ ਵੱਡੀ ਹੈ, ਉਹਨਾਂ ਨੂੰ ਕੰਪਲੈਕਸ ਲੱਗਿਆ ਰਹਿੰਦਾ ਵੀ ਅਸੀਂ ਔਕਵਰਡ ਲੱਗਦਾ ਆਪਦੇ ਆਪ ਨੂੰ, ਔਰ ਜਿਨ੍ਹਾਂ ਦੀ ਬ੍ਰੈਸਟ ਛੋਟੀ ਹੈ ਉਹਨਾਂ ਨੂੰ ਆਪਦੇ ਆਪ 'ਚ ਔਕਵਰਡ ਲੱਗਦਾ। ਕੀ ਕਹਿਣਾ ਚਾਹੋਗੇ ਕਿ ਇਹਨਾਂ ਸਾਰੀਆਂ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਹੈਗਾ ਉਹ ਡਾਕਟਰ ਆਰੂਸ਼ ਪਸਰੀਚਾ ਜੀ ਕੋਲ ਹੈ? ਦੇਖੋ, ਪਹਿਲਾਂ ਮੈਂ ਬ੍ਰੈਸਟ ਰਿਡਕਸ਼ਨ ਦੀ ਗੱਲ ਕਰਾਂਗਾ। ਲੇਡੀਜ਼ ਵੈਨ ਦੇ ਗੋ ਥਰੂ ਪ੍ਰੈਗਨੈਂਸੀ ਤੇ ਵੈਨ ਦੇ ਗੋ ਥਰੂ ਦ ਫੇਜ਼ ਆਫ ਲੈਕਟੇਸ਼ਨ, ਜਿੱਥੇ ਬੱਚੇ ਨੂੰ ਬ੍ਰੈਸਟ ਫੀਡ ਕਰਦੇ ਨੇ, ਬ੍ਰੈਸਟ ਦਾ ਸਾਈਜ਼ ਇਨਕਰੀਜ਼ ਹੁੰਦਾ ਹੈ। ਮੈਨੀ ਫੀਮੇਲਸ ਦੇ ਵਿੱਚ ਇਹ ਸਾਈਜ਼ ਵਾਪਸ ਨਾਰਮਲ ਸਾਈਜ਼ ਤੇ ਚਲਾ ਜਾਂਦਾ ਹੈ, ਬਟ ਕਾਫੀਆਂ ਦੇ ਵਿੱਚ ਗੁੱਡ ਪ੍ਰਪੋਰਸ਼ਨ ਆਫ ਫੀਮੇਲਸ ਉਹਨਾਂ ਦੀ ਬ੍ਰੈਸਟ ਜਿਹੜੀ ਹੁੰਦੀ ਹੈ ਉਹ ਵਾਪਸ ਨਾਰਮਲ ਸਾਈਜ਼ ਨੂੰ ਕਨਵਰਟ ਨਹੀਂ ਕਰਦੀ ਹੈ। ਤੇ ਇਹ ਜਿਹੜੀਆਂ ਇਨਕਰੀਜ਼ਡ ਲਾਰਜ ਬ੍ਰੈਸਟ, ਇਹਨੂੰ ਅਸੀਂ ਕਹਿੰਦੇ ਆ ਜੈਜੈਂਟੋਮੈਸਟੀਆ, ਲਾਰਜ ਬ੍ਰੈਸਟ। ਇਹ ਕੰਡੀਸ਼ਨ ਦੇ ਕਰਕੇ ਬਹੁਤ ਸਾਰੀ ਲੇਡੀਜ਼ ਨੂੰ ਇੱਕ ਅੰਡਰ ਕੌਨਫੀਡੈਂਸ ਰਹਿੰਦਾ ਹੈ। ਉਹ ਜਿਹੜੇ ਕੱਪੜੇ ਜਿਹੜੇ ਫਾਰਮਲ ਵੈਸਟਰਨ ਕਲੋਥਿੰਗ ਪਹਿਲਾਂ ਪਾ ਰਹੀਆਂ ਸੀਗੀਆਂ ਸ਼ਾਦੀ ਤੋਂ ਪਹਿਲਾਂ ਜਾਂ ਚਾਈਲਡ ਬਰਥ ਤੋਂ ਪਹਿਲਾਂ, ਉਹ ਨਹੀਂ ਪਾ ਸਕਦੀਆਂ। ਤੇ ਇੱਕ ਐਕਟਿਵ ਹੈਲਦੀ ਲਾਈਫ ਸਟਾਈਲ ਜਿਵੇਂ ਜਿਮ ਜਾਣਾ, ਰਨਿੰਗ ਕਰਨਾ, ਯੋਗਾ ਕਰਨਾ, ਉਹਦੇ ਵਿੱਚ ਵੀ ਜਿਹੜੀ ਬਹੁਤ ਲਾਰਜ ਬ੍ਰੈਸਟ ਹੁੰਦੀ ਹੈ ਆਬਸਟਰਕਸ਼ਨ ਕ੍ਰੀਏਟ ਕਰਦੀ। ਇਹਦੇ ਨਾਲ ਬਹੁਤ ਹੈਵੀ ਬ੍ਰੈਸਟ ਨੈਕ ਤੇ ਵੀ ਜ਼ੋਰ ਪਾਉਂਦੀਆਂ ਨੇ, ਸ਼ੋਲਡਰਸ ਤੇ ਵੀ ਜ਼ੋਰ ਪਾਉਂਦੀਆਂ ਨੇ ਤੇ ਕ੍ਰੋਨਿਕ ਬੈਕ ਏਕ, ਨੈਕ ਏਕ ਦਾ ਇਸ਼ੂ ਵੀ ਕ੍ਰੀਏਟ ਕਰਦੀਆਂ। ਤੇ ਕਿਉਂਕਿ ਇੱਕ ਬ੍ਰੈਸਟ ਸਰਜਰੀ ਨੂੰ ਲੈ ਕੇ ਬਹੁਤ ਟੈਬੂ ਰਿਹਾ ਹੈ, ਇੱਕ ਸਟਿਗਮਾ ਰਿਹਾ ਹੈ, ਉਸ ਸਟਿਗਮਾ ਨੂੰ ਐਡਰੈਸ ਕਰਨ ਲਈ ਅਸੀਂ ਆਪਣੇ ਲਿਸਨਰਸ ਨੂੰ, ਆਪਣੇ ਵਿਊਅਰਸ ਨੂੰ ਦੱਸਣਾ ਚਾਹਾਂਗੇ ਕਿ ਇੱਕ ਬ੍ਰੈਸਟ ਰਿਡਕਸ਼ਨ ਸਰਜਰੀ ਇੱਕ ਸਿਰਫ ਇੱਕ ਕਾਸਮੈਟਿਕ ਪ੍ਰੋਸੀਜਰ ਨਹੀਂ ਹੈ। ਦਿਸ ਇਜ਼ ਨਾਟ ਜਸਟ ਅ ਵੈਰੀ ਸੁਪਰਫਿਸ਼ੀਅਲ ਥਿੰਗ। ਇੱਕ ਇਹ ਤੁਹਾਡੀ ਲਾਈਫ ਨੂੰ ਰੀਸਟੋਰ ਕਰਦੀ ਹੈ। ਯੂ ਕੈਨ ਗੈਟ ਬੈਕ ਟੂ ਯੋਰ ਲਾਈਫ ਸਟਾਈਲ ਦੈਟ ਯੂ ਹੈਡ before you had childbirth or lactation, and you can go back to wearing the same clothes and having the same active lifestyle जो आपको child birth के बाद छोड़ना पड़ गया। हमारी बहुत सारी patients they are working women, doctors होती हैं, teachers होती हैं, जो जब work place पे जाती हैं they are not able to wear that formal clothes, blazers, western dresses जो कि वो अपने work place पे डालते हैं। इस सर्जरी के बाद they are able to feel younger and they are able to wear those clothes that they were not able to wear। ਤੇ ਇਹਨਾਂ ਨੂੰ ਬਹੁਤ ਫਾਇਦਾ ਹੁੰਦਾ ਹੈ and they are very thankful for this plastic surgery procedure ਜਿਹੜਾ ਉਹਨਾਂ ਲਈ ਲਾਈਫ ਟ੍ਰਾਂਸਫਾਰਮੇਟਿਵ ਹੁੰਦਾ ਹੈ। ਦੱਸੋ ਕੀ ਕਹਿਣਾ ਚਾਹੋਗੇ ਕਿ ਇਹ ਇੱਕ ਬੜਾ ਇੰਨਾ ਵੱਡਾ ਪ੍ਰੋਸੀਜਰ ਨਹੀਂ ਹੈ ਵੀ ਤੁਹਾਨੂੰ 10 ਦਿਨ 5 ਦਿਨ ਹਸਪੀਟਲ 'ਚ ਸਟੇ ਕਰਨਾ ਪਵੇ। ਕੀ ਕਹਿਣਾ ਚਾਹੋਗੇ ਕਿ ਇਹ ਪ੍ਰੋਸੀਜਰ ਜਿਹੜੇ ਹੈਗੇ ਆ ਇਹ ਵੀ ਇੱਕ ਨਾਰਮਲ ਜਿਵੇਂ ਆਪਾਂ ਕੋਈ ਆਪਰੇਸ਼ਨ ਕਰਾਉਂਦੇ ਹਾਂ, ਕੋਈ ਗੈਸਟ੍ਰਿਕਸ, ਕੋਈ ਆਪਾਂ ਲੈਪਰੋਸਕੋਪਿਕ ਸਰਜਰੀ ਕਰਾਉਂਦੇ ਹਾਂ, ਉਸੇ ਤਰੀਕੇ ਨਾਲ ਸਰਜਰੀ ਇੱਕ ਤਰ੍ਹਾਂ ਦੀ। ਹਾਂਜੀ, ਜੇ ਉਹ ਬ੍ਰੈਸਟ ਸਰਜਰੀ ਅਸੀਂ ਦੋ ਤਰੀਕੇ ਦੀਆਂ ਮੇਜਰ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਆਉਂਦਾ ਬ੍ਰੈਸਟ ਰਿਡਕਸ਼ਨ ਜਿਹੜੀ ਲਾਰਜ ਬ੍ਰੈਸਟ ਲਈ ਹੁੰਦਾ, ਸੈਕੰਡ ਹੁੰਦਾ ਬ੍ਰੈਸਟ ਇੰਪਲਾਂਟਸ, ਇਹ ਸਮਾਲ ਬ੍ਰੈਸਟ ਲਈ ਹੁੰਦਾ। ਤੇ ਬ੍ਰੈਸਟ ਇੰਪਲਾਂਟ ਜਿਹੜਾ ਪ੍ਰੋਸੀਜਰ ਹੈ ਇਟਸ ਅ 1 hour ਲੌਂਗ ਪ੍ਰੋਸੀਜਰ। ਤੇ ਪੇਸ਼ੈਂਟ ਸਵੇਰੇ ਭਰਤੀ ਹੁੰਦਾ ਹੈ
ਤੇ ਜਾਂ ਫਿਰ ਉਸੇ ਸ਼ਾਮ ਨੂੰ ਜਾਂ ਅਗਲੇ ਦਿਨ ਮਾਰਨਿੰਗ ਨੂੰ ਡਿਸਚਾਰਜ ਹੋ ਕੇ ਆਪਣੇ ਘਰ ਚੱਲ ਜਾਂਦਾ। ਇਟਸ ਅ ਸਰਜਰੀ ਵਿਚ ਹੈਜ਼ ਇਫ ਡਨ ਬਾਈ ਦ ਰਾਈਟ ਪੀਪਲ ਇਨ ਦ ਰਾਈਟ ਹੈਂਡਸ ਰਿਜ਼ਲਟਸ ਹੀ ਚੰਗੇ ਨਹੀਂ ਹੁੰਦੇ, ਪੇਸ਼ੈਂਟ ਦੀ ਰਿਕਵਰੀ ਵੀ ਬਹੁਤ ਫਾਸਟ ਹੁੰਦੀ ਹੈ। ਤੇ ਸਿਮਿਲਰਲੀ ਬ੍ਰੈਸਟ ਰਿਡਕਸ਼ਨ ਜਿਹੜੀ ਹੁੰਦੀ ਹੈ ਇਟ ਇਜ਼ ਅ ਸਲਾਈਟਲੀ ਲੌਂਗਰ ਪ੍ਰੋਸੀਜਰ ਦੈਨ ਬ੍ਰੈਸਟ ਇੰਪਲਾਂਟਸ। ਤੇ ਜਿੰਨਾ ਵੱਡਾ ਸਰਜੀਕਲ ਪ੍ਰੋਸੀਜਰ ਹੁੰਦਾ ਹੈ ਸਰਜੀਕਲ ਰਿਕਵਰੀ ਵੀ ਉਨੀ ਕੁ ਲੰਬੀ ਹੁੰਦੀ ਹੈ। ਬਟ ਫਿਰ ਵੀ ਸਾਰੇ ਪੇਸ਼ੈਂਟ ਸਾਡੇ 2 to 3 days ਦੇ ਵਿੱਚ ਡਿਸਚਾਰਜ ਹੋ ਜਾਂਦੇ ਨੇ ਤੇ they have a very good recovery and within 5 to 6 days they are able to go back to their work and within 15 to 20 days they are able to start even exercising। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਔਰ ਇੰਨਾ ਯੂਸਫੁਲ ਇਨਫੋਰਮੇਸ਼ਨ ਜਿਹੜੀ ਸਾਡੇ ਵਿਊਅਰਸ ਨੂੰ ਤੁਸੀਂ ਦਿੱਤੀ, ਕਿਉਂਕਿ ਬ੍ਰੈਸਟ ਦੇ ਨਾਲ ਜਿਨ੍ਹਾਂ ਦੇ ਬ੍ਰੈਸਟ ਛੋਟੀ ਆ ਉਹ ਤੁਸੀਂ ਕਿਹਾ ਇੰਪਲਾਂਟ ਕਰਕੇ ਅਸੀਂ ਉਹਨੂੰ ਵੀ ਕਰ ਦਿੰਦੇ ਹੈਗੇ ਆ ਸਰਜਰੀ ਦੇ ਨਾਲ ਠੀਕ, ਔਰ ਜਿਨ੍ਹਾਂ ਦੀ ਬ੍ਰੈਸਟ ਵੱਡੀ ਆ ਉਹਨੂੰ ਵੀ ਤੁਸੀਂ ਨਾਰਮਲ ਦੇ ਵਿੱਚ ਲੈ ਕੇ ਚਲੇ ਜਾਂਦੇ ਹੋ। ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਦਰਸ਼ਕਾਂ ਨੂੰ ਅਵੇਅਰ ਕਰਨ ਲਈ ਬਹੁਤ ਬਹੁਤ ਧੰਨਵਾਦ। थैंक यू रिची जी, थैंक यू ऑल द लिसनर्स एंड द व्यूअर्स। थैंक यू। दर्शकों, पंजाब प्लस चैनल पे आपका स्वागत है। आज हम आए हैं पसरिचा हॉस्पिटल, डॉक्टर रोश पसरिचा, जो क्रिटिकल से क्रिटिकल पेशेंट्स को लेते हैं। और जैसे हमारे साथ ये बेटी जो बहुत ही एक ग्रीफ में थी, 70% तक ये बर्न हो चुकी थी और बर्न होने के साथ ही जैसे बता रही है कि इसको पता चला कि मैं प्रेग्नेंट भी हूँ और उस समय पर कितनी ये प्रेशर सिचुएशन में होगी। और उस प्रेशर सिचुएशन से आज हम देख सकते हैं कि कैसे निकलकर इसके माइंड को एक सुकून मिल रहा है। क्या कहना चाहोगे बेटा डॉक्टर रोश पसरिचा के बारे में और अपने बारे में, क्या हुआ था? मैं उस दिन मंदिर गई थी, वहाँ पर एक्चुअली मेरी 2 साल की बेटी थी साथ में ना, हम दोनों थे। तो फिर मुझे पता लग गया था कि मेरे पीछे आग लग गई, तो मैं अपनी बेटी के चक्कर में कि उसकी जान बच जाए, मुझे कुछ ना हो, बस उसकी जान बच जाए। मैंने सोचा कि चल यही इच्छा है भगवान की। फिर मैंने लोगों को बोला बट हेल्प की, बट इतनी हेल्प नहीं कर सका कोई। फिर मैं आज छोड़ दी, बट फिर मुझे उन्हें हॉस्पिटल लेकर गए सरकारी, उन्होंने बोला हॉस्पिटल ले जाओ प्राइवेट। फिर इधर आई, उस टाइम ही मुझे पता लगा कि मैं उस दिन प्रेग्नेंट हूँ। बट इन्होंने पहले मेरे पेरेंट्स को मना कर दिया था कि वैसे बचने के कोई चांसेस नहीं है, बट इन्होंने मुझे बताया नहीं। फिर मुझे डॉक्टर ने बोला कि ठीक हो जाओगे आप 15 दिनों में। मैंने हिम्मत दिखाई, फिर मैंने कोशिश की, मैंने पॉजिटिविटी दिखाई, बट हिम्मत नहीं थी बॉडी में इतनी ज़्यादा। बट शायद गॉड गिफ्ट था, बेबी बच गई मैं। आज का 1 मंथ तो भी ऊपर 10 डेज़ हो गए, मैं फर्स्ट इतने टाइम बाद बैठी हूँ। मैं ना बहुत हार चुकी थी, अंदर से बहुत टूट चुकी थी कि मुझे बस ले जाओ, मुझे बस मरना है अभी। बट मेरी फैमिली इतनी अच्छी है ना, इन लॉस जहाँ के हॉस्पिटल, मैं कहती गॉड गिफ्टेड सारे। और इतनी पॉजिटिविटी जैसे डॉक्टर पसरिचा में है और स्टाफ में है, जिन्होंने आपको अपनी ऐसे समझा कि अपना बच्चा समझा इन्होंने मुझे। सिस्टर्स जहाँ के आंटी आती है, उन्होंने मुझे इतने कॉन्फिडेंस देना। मुझे लगता कोई भी हॉस्पिटल, पैसे लगते हैं बट कोई भी हॉस्पिटल इतना करता नहीं होगा। मुझे नहीं लगता कोई करता होगा इतना ज़्यादा। सबसे बेस्ट हॉस्पिटल लगा मुझे तो। जब मेरी फर्स्ट बेबी हुई थी वो भी अच्छा था, बट ना जहाँ का स्टाफ अच्छा हो ना, जहाँ के डॉक्टर अच्छे हो, मैं कहता पेशेंट्स बहुत जल्दी रिकवर करता है। मैं तो गॉड का बहुत शुक्राना करती हूँ।